ਉੱਥੇ ਵਜ੍ਹਾ ਇਹ ਬਣੀ ਕਿ ਮੇਰੀ ਸੱਸ ਕਿਹੜੀ ਨਾ ਮੇਰੇ ਨਾਲ ਥੋੜੀ ਜਿਹੀ ਰੱਖਦੀ ਸੀ, ਖੈਮ ਖੈ ਰੱਖਦੀ ਸੀ। ਠੀਕ ਹੈ, ਬੰਦੇ ਮੇਰੇ ਨੂੰ ਸਾਰਾ ਕੁਝ ਗੱਲਾਂ ਬਾਤਾਂ ਕਰਦੀ ਰਹਿੰਦੀ ਸੀ। ਹਾਲਾਂਕਿ ਉਹਦੇ ਨਾਲ ਸਲੂਕ ਵੀ ਕਰੀਦਾ ਸੀ, ਫਿਰ ਵੀ ਉਹ ਗੱਲਾਂ ਬਾਤਾਂ ਕਰਦੀ ਸੀ ਕਿ ਕਿਸ ਤਰ੍ਹਾਂ ਕੰਨ ਭਰੀਦੇ ਨੇ। ਮਿੰਨਤਾਂ ਕੀਤੀਆਂ ਉਹਦੇ, ਜੋ ਵੀ ਕੀ ਗੱਲਾਂ ਬਾਤਾਂ ਉਹਦੇ ਨਾਲ ਬਥੇਰੀਆਂ ਕੀਤੀਆਂ, ਬਾਕੀ ਉਹਦੀ ਸਮਝ ਨਹੀਂ ਆਈ। ਇਹਦੇ ਘਰ ਗਈ ਚਲੀ ਸਮਾਂ ਉੱਥੇ ਰਹਿਣ ਲੱਗ ਪਈ, ਅਤੇ ਉੱਥੇ ਫਿਰ ਭਾਬੀਆਂ ਵੀ 4 ਕੁ ਦਿਨ ਠੀਕ ਰਹੀਆਂ ਨੇ। ਫਿਰ ਉਸ ਤੋਂ ਬਾਅਦ ਭਾਬੀਆਂ ਵੀ ਗੱਲਾਂ ਬਾਤਾਂ ਕਰਨ ਲੱਗ ਪਈਆਂ, ਮਿਹਣੇ ਮਾਰਨ ਲੱਗ ਪਈਆਂ। ਠੀਕ ਹੈ, ਐਂਡ ਉਹਨਾਂ ਨੇ ਕਹਿ ਤਾ ਜੀ ਆਪਦਾ ਕਮਾਓ ਅਤੇ ਆਪਦਾ ਖਾਓ। ਠੀਕ, ਬਸ ਉਹ ਵੀ ਆਸਤਾ ਆਸਤਾ ਪਿੱਛੇ ਹੀ ਪੈ ਗਿਆ ਸੀ। ਮੈਂ ਤੈਨੂੰ ਬੜਾ ਖੁਸ਼ ਰੱਖਾਂਗਾ, ਠੀਕ ਹੈ, ਮੈਂ ਤੇਰੀ ਜ਼ਿੰਦਗੀ 'ਚੋਂ ਆਉਣਾ ਚਾਹਨਾ। ਮੈਂ ਉਹਨੂੰ ਕਿਹਾ ਮੈਂ ਇਤਬਾਰ ਨਹੀਂ ਕਰਦੀ, ਮੈਂ ਬੜਾ ਕਿਹਾ, ਬਾਕੀ ਉਹਨੂੰ ਸਮਝ ਨਹੀਂ ਆਈ। ਵਜ੍ਹਾ ਇਹ ਬਣੀ ਕਿ ਉਹਦੇ ਪਿੱਛੇ ਬੀਵੀ ਵੀ ਹੈਗੀ ਸੀ, ਬੱਚੇ ਵੀ ਹੈਗੇ ਸੀ। ਠੀਕ ਹੈ, ਅਤੇ ਮੈਨੂੰ ਪਤਾ ਚੱਲ ਗਿਆ। ਲੜਾਈ ਝਗੜਾ ਸਾਡਾ ਵਾਹਵਾ ਹੋਇਆ, ਅਤੇ ਉਸ ਤੋਂ ਬਾਅਦ ਉਹ ਚੁੱਪ ਕਰਕੇ ਆਪਦੇ ਪਿੰਡ ਗਿਆ। ਚਲੋ ਸਿੰਜ ਹੀ ਕਰਦੇ ਕਿਰਾਇਆ ਵਾਹਵਾ ਹੋ ਗਿਆ। ਉਹ ਕਹਿੰਦਾ ਬਾਅਦ ਨੇ ਤਾਂ ਜਾਂ ਕਿਰਾਏ ਚੀਜ਼ਾਂ ਦੇ ਪੈਸੇ ਕਿਹੜੇ ਦੇਣੇ ਨੇ, तो या मेरे नाल दोस्ती कर। अस्सलाम वालेकुम नाज़रीन, आप देख रहे हैं डेली टेंशन और मैं आपका अपना मेज़बान ज़ुबैर राजपूत। हमारे साथ 23 साल सबा मौजूद हैं जिनको 2 बार डिवोर्स हो चुकी है। तो नाज़रीन, पहली डिवोर्स इनको कैसी हुई और दूसरी डिवोर्स इनको कैसे हुई, और आज ये तन्हे तनहा अकेली अपनी खाला की तरफ रह रही हैं, और इनका सामान है कुछ जो मालिक के पास फंसा हुआ है। ये सारा माजरा है क्या, इनके साथ ये सारे वाक़यात कैसे पेश आए, इनसे जानते हैं। अस्सलाम वालेकुम। वालेकुम सलाम। अच्छा बहन, बताइएगा कि आपने बताया कि 2 बार आपको डिवोर्स हुई है। जो पहली डिवोर्स आपको हुई थी, वो जो आपकी पहली शादी थी, उसकी वजह क्या थी, वो बताएं पहले। ਉੱਥੇ ਵਜ੍ਹਾ ਇਹ ਬਣੀ ਕਿ ਮੇਰੀ ਸੱਸ ਕਿਹੜੀ ਨਾ ਮੇਰੇ ਨਾਲ ਥੋੜੀ ਜਿਹੀ ਰੱਖਦੀ ਸੀ, ਖੈਮ ਖੈ ਰੱਖਦੀ ਸੀ। ਠੀਕ ਹੈ, ਬੰਦੇ ਮੇਰੇ ਨੂੰ ਸਾਰਾ ਕੁਝ ਗੱਲਾਂ ਬਾਤਾਂ ਕਰਦੀ ਰਹਿੰਦੀ ਸੀ। ਹਾਲਾਂਕਿ ਉਹਦੇ ਨਾਲ ਸਲੂਕ ਵੀ ਕਰੀਦਾ ਸੀ, ਫਿਰ ਵੀ ਉਹ ਗੱਲਾਂ ਬਾਤਾਂ ਕਰਦੀ ਸੀ ਕਿ ਕਿਸ ਤਰ੍ਹਾਂ ਕੰਨ ਭਰੀਦੇ ਨੇ। ਠੀਕ ਹੈ, ਅਤੇ ਇਸ ਵਜ੍ਹਾ ਤੋਂ ਨਹੀਂ ਨਿਭਾ ਹੋਇਆ ਉਹਦੇ ਨਾਲ। मतलब बंदा नहीं सी तुहाडे ते भरोसा करदा कि ਉਹਨੂੰ ਆਪਣੀ ਮਾਂ ਤੇ ਬਹੁਤਾ ਯਕੀਨ ਸੀ। ਹਾਂਜੀ, ਉਹਨਾਂ 'ਤੇ ਜ਼ਿਆਦਾ ਕਰਦੇ ਸੀ। ਤੁਸੀਂ ਉਹਨੂੰ ਕਿਹਾ ਨਹੀਂ ਕਿ ਮੈਂ ਕਿੱਥੇ ਜਾਵਾਂਗੀ, ਮੇਰਾ ਸਹਾਰਾ ਕੋਈ ਨਹੀਂ ਹੈ। ਹਾਂਜੀ, ਬੜਾ ਕੁਛ ਮਿੰਨਤਾਂ ਕੀਤੀਆਂ ਉਹਦੇ, ਜੋ ਵੀ ਕੀ ਗੱਲਾਂ ਬਾਤਾਂ ਉਹਦੇ ਨਾਲ ਬਥੇਰੀਆਂ ਕੀਤੀਆਂ, ਬਾਕੀ ਉਹਦੀ ਸਮਝ ਨਹੀਂ ਆਈ। ਉਹ ਕਹਿੰਦਾ ਸੀ ਜੋ ਵੀ ਕਹਿੰਦੀ ਮੇਰੀ ਮਾਂ ਸਹੀ ਕਹਿੰਦੀ ਹੈ। ਮਤਲਬ ਉਹਨੇ ਕਿਹਾ ਜੀ ਮੈਂ ਆਪਣੀ ਮਾਂ ਦੀ ਗੱਲ ਨੂੰ ਸੱਚੀ ਮੰਨਾਂਗਾ, ਤੇਰੀ ਗੱਲ ਨੂੰ ਨਹੀਂ ਮੰਨਾਂ। ਹਾਂਜੀ। ਪਹਿਲੇ ਖਾਵਾਂ 'ਚ ਕਿੰਨੇ ਬੱਚੇ ਨੇ? ਨਹੀਂ, ਬੱਚਾ ਕੋਈ ਵੀ ਨਹੀਂ ਹੈ। ਇਹ ਤੇ ਨਹੀਂ ਸੀ ਵਜ੍ਹਾ ਕਿ ਤੁਹਾਨੂੰ ਔਲਾਦ ਨਹੀਂ ਸੀ ਹੁੰਦੀ ਪਈ, ਇਸ ਕਰਕੇ ਤੁਹਾਡੀ ਸੱਸ ਤੁਹਾਡੇ ਨਾਲ ਠੀਕ ਨਹੀਂ ਸੀ ਰਹਿੰਦੀ? ਇਹ ਹੁਣ ਰੱਬ ਬਿਹਤਰ ਜਾਣਦਾ, ਹੋ ਸਕਦਾ ਇਸੇ ਵਜ੍ਹਾ ਤੋਂ ਹੀ ਹੋਵੇ। ਜ਼ਾਹਿਰੀ ਬਾਤ ਦੇਖੋ ਨਾ, ਔਲਾਦ ਇੱਕ ਐਸੀ ਚੀਜ਼ ਹੁੰਦੀ ਹੈ ਕਿ ਹਰ ਕਿਸੇ ਦੀ ਖੁਆਇਸ਼ ਹੁੰਦੀ ਕਿ ਮੇਰੇ ਬੇਟੇ ਦੇ ਬੱਚੇ ਨਸਲ ਵਧੇ, ਤੇ ਇਹ ਵੀ ਤਾਂ ਹੋ ਸਕਦਾ ਨਾ ਤਾਂ ਔਲਾਦ ਨਾ ਹੋਣ ਦੀ ਵਜ੍ਹਾ ਤੋਂ ਤੁਹਾਡੇ ਨਾਲ ਜ਼ਰਾ ਉਹ ਅਣਬਣ ਰਹਿੰਦੀ ਹੋਵੇ ਉਹਨਾਂ ਦੀ। ਹਾਂਜੀ। ਲੇਕਿਨ ਤੁਹਾਨੂੰ ਕਦੀ ਜਤਾਇਆ ਨਹੀਂ ਉਹਨਾਂ ਨੇ? ਨਹੀਂ, 1-2 ਵਾਰੀ ਮੇਨਾ ਮਾਰਿਆ ਉਹਨਾਂ ਨੇ। ਹਾਂਜੀ। ਅੱਛਾ, ਉਹਦੇ ਬਾਅਦ ਜਦੋਂ ਤੁਹਾਨੂੰ ਡਿਵੋਰਸ ਹੋ ਗਈ ਤੇ ਉਹਦੇ ਬਾਅਦ ਫਿਰ ਕਿੱਥੇ ਜਾ ਕੇ ਰਹਿਣਾ ਸ਼ੁਰੂ ਕੀਤਾ, ਤੇ ਅਗਲਾ ਤੁਹਾਡਾ ਜਿਹੜੀ ਸ਼ਾਦੀ ਉਹ ਕਿਵੇਂ ਹੋਈ? ਭਾਈ ਦੇ ਘਰ ਗਈ ਚਲੀ ਸਮਾਂ ਉੱਥੇ ਰਹਿਣ ਲੱਗ ਪਈ, ਅਤੇ ਉੱਥੇ ਫਿਰ ਭਾਬੀਆਂ ਵੀ 4 ਕੁ ਦਿਨ ਠੀਕ ਰਹੀਆਂ ਨੇ। ਫਿਰ ਉਸ ਤੋਂ ਬਾਅਦ ਭਾਬੀਆਂ ਵੀ ਗੱਲਾਂ ਬਾਤਾਂ ਕਰਨ ਲੱਗ ਪਈਆਂ, ਮਿਹਣੇ ਮਾਰਨ ਲੱਗ ਪਈਆਂ। ਠੀਕ ਹੈ, ਐਂਡ ਉਹਨਾਂ ਨੇ ਕਹਿ ਤਾ ਜੀ ਆਪਦਾ ਕਮਾਓ ਅਤੇ ਆਪਦਾ ਖਾਓ। ਠੀਕ ਹੈ। ਮਾਂ ਪਿਓ ਕੋਲ ਕਿਉਂ ਨਹੀਂ ਗਏ? ਨਹੀਂ ਹੈ। ਮਾਂ ਪਿਓ ਹੈ ਹੀ ਨਹੀਂ? ਹਾਂਜੀ। ਤੇ ਫਿਰ ਜਦੋਂ ਉਹਨਾਂ ਨੇ ਕਿਹਾ ਕਿ ਆਪਣਾ ਖਾਓ ਤੇ ਆਪਣਾ ਪਕਾਓ, ਤੇ ਫਿਰ ਕੀ ਕੀਤਾ ਤੁਸੀਂ? ਮੈਂ ਫੈਕਟਰੀ 'ਚ ਲੱਗ ਗਈ ਸਾਂ ਕੰਮ ਕਰਨ। ਮਤਲਬ ਫੈਕਟਰੀ 'ਚ ਜੌਬ ਲੱਭ ਲਈ ਤੁਸੀਂ? ਹਾਂਜੀ। ਤੇ ਇਹ ਜਿਹੜਾ ਤੁਸੀਂ ਦੂਸਰਾ ਨਿਕਾਹ ਕੀਤਾ, ਤੇ ਤੁਸੀਂ ਸਾਨੂੰ ਦੱਸਿਆ ਕਿ ਫੈਕਟਰੀ 'ਚ ਹੀ ਮੁੰਡਾ ਕੰਮ ਕਰਦਾ ਸੀ, ਤੇ ਇਹਦੀ ਲਵ ਮੈਰਿਜ ਦੀ ਕਿਵੇਂ ਸ਼ੁਰੂਆਤ ਹੋਈ? ਬਸ ਉਹ ਵੀ ਆਸਤਾ ਆਸਤਾ ਪਿੱਛੇ ਹੀ ਪੈ ਗਿਆ ਸੀ। ਠੀਕ ਹੈ, ਕੀ ਕਹਿੰਦਾ ਸੀ? ਕਿ ਮੇਰੇ ਨਾਲ ਸ਼ਾਦੀ ਕਰ ਲੈ। ਮੈਂ ਕਿਹਾ ਮੈਂ ਸ਼ਾਦੀ ਨਹੀਂ ਕਰਨੀ, ਬਾਕੀ ਉਹਦੀਆਂ ਗੱਲਾਂ 'ਚ ਮੈਂ ਆ ਗਈ। ਠੀਕ ਹੈ, ਅਤੇ ਸ਼ਾਦੀ ਕਰ ਲਈ ਉਹਦੇ ਨਾਲ। ਕੀ ਕਹਿੰਦਾ ਸੀ, ਮਤਲਬ ਸ਼ਾਦੀ ਤੋਂ ਪਹਿਲੇ ਕੀ ਵਾਅਦੇ ਕੀਤੇ, ਕੀ ਤੁਹਾਨੂੰ ਖ਼ਾਬ ਵਿਖਾਏ? ਕਿ ਮੈਂ ਤੈਨੂੰ ਬੜਾ ਖੁਸ਼ ਰੱਖਾਂਗਾ, ਠੀਕ ਹੈ, ਮੈਂ ਤੇਰੀ ਜ਼ਿੰਦਗੀ 'ਚੋਂ ਆਉਣਾ ਚਾਹਨਾ। ਮੈਂ ਉਹਨੂੰ ਕਿਹਾ ਮੈਂ ਇਤਬਾਰ ਨਹੀਂ ਕਰਦੀ, ਮੈਂ ਬੜਾ ਕਿਹਾ, ਬਾਕੀ ਉਹਨੂੰ ਸਮਝ ਨਹੀਂ ਆਈ। ਬਾਕੀ ਉਹ ਫਿਰ ਉਸ ਤੋਂ ਬਾਅਦ ਸਾਡੀ ਸ਼ਾਦੀ ਹੋ ਗਈ। ਠੀਕ। ਤੇ ਸ਼ਾਦੀ ਤੋਂ ਬਾਅਦ ਫਿਰ ਜਿਹੜਾ ਦਿਨ ਕਿਵੇਂ ਦੇ ਗੁਜ਼ਰੇ, ਤੇ ਕਿੱਥੇ ਰਿਹਾਇਸ਼ ਰੱਖੀ ਤੁਸੀਂ? ਲਾਹੌਰ ਦੇ ਵਿੱਚ। ਤੇ ਹੈ ਕਿੱਥੋਂ, ਮੁੰਡਾ ਕਿੱਥੋਂ ਦਾ ਸੀ? ਸਿਆਲਕੋਟ ਦਾ। ਤੁਹਾਨੂੰ ਘਰ ਨਹੀਂ ਆਪਣੇ ਸਿਆਲਕੋਟ ਲੈ ਕੇ ਗਿਆ? ਨਹੀਂ, ਬਸ ਇਹ ਕਹਿੰਦੇ ਰਹਿੰਦੇ ਸੀ ਕਿ ਲੈ ਕੇ ਜਾਵਾਂਗਾ, ਲੈ ਕੇ ਜਾਵਾਂਗਾ, ਨਹੀਂ ਲੈ ਕੇ ਗਏ। ਲਾਹੌਰ ਕਿੱਥੇ ਰਹਿੰਦੇ ਰਹੇ? ਲਾਹੌਰ ਇੱਥੇ ਹੈ ਟਾਊਨਸ਼ਿਪ ਵਾਲੀ ਸਾਈਡ 'ਤੇ, ਕਿਰਾਏ 'ਤੇ ਰਹਿੰਦੇ ਰਹੇ। ਹਾਂਜੀ। ਮਤਲਬ ਉਹਨੇ ਸ਼ਾਦੀ ਕਰਕੇ ਨਿਕਾਹ ਕਰਕੇ ਤੁਹਾਨੂੰ ਲਾਹੌਰ ਦੇ ਵਿੱਚ ਹੀ ਕਿਰਾਏ 'ਤੇ ਮਕਾਨ ਲੈ ਕੇ ਤੁਸੀਂ ਰਹਿਣ ਲੱਗ ਪਏ। ਕਿੰਨੇ ਅਰਸਾ ਤੁਸੀਂ ਨਾਲ ਰਹੇ? ਇਹ 5-6 ਮਹੀਨੇ ਰਹੇ। ਤੇ 5-6 ਮਹੀਨੇ ਬਾਅਦ ਕੀ ਐਸੀ ਵਜ੍ਹਾ ਬਣੀ ਜਿਹੜੀ ਤੁਹਾਡੀ ਉਹਦੇ ਨਾਲ ਵੀ ਤੁਹਾਡੀ ਨਹੀਂ ਬਣੀ ਤੇ ਡਿਵੋਰਸ ਹੋ ਗਈ? ਮਤਲਬ ਕੀ ਵਜ੍ਹਾ ਬਣੀ, ਉਹ ਦੱਸੋ। ਵਜ੍ਹਾ ਇਹ ਬਣੀ ਕਿ ਉਹਦੇ ਪਿੱਛੇ ਬੀਵੀ ਵੀ ਹੈਗੀ ਸੀ, ਬੱਚੇ ਵੀ ਹੈਗੇ ਸੀ। ਠੀਕ ਹੈ, ਅਤੇ ਮੈਨੂੰ ਪਤਾ ਚੱਲ ਗਿਆ। ਪਹਿਲੇ ਨਹੀਂ ਸੀ ਤੁਹਾਨੂੰ ਪਤਾ ਜਦੋਂ ਨਿਕਾਹ ਕੀਤਾ? ਨਹੀਂ, ਉਦੋਂ ਨਹੀਂ ਸੀ ਪਤਾ। ਉਹਨੇ ਆਪਣੇ ਆਪ ਨੂੰ ਕੁਆਰਾ ਹੀ ਸ਼ੋਅ ਕੀਤਾ ਹੈ।
ਤੇ ਫਿਰ ਅੱਗੇ ਜਦੋਂ ਤੁਹਾਨੂੰ ਪਤਾ ਲੱਗ ਗਿਆ ਤੇ ਫਿਰ ਕੀ ਹੋਇਆ? ਲੜਾਈ ਝਗੜਾ ਸਾਡਾ ਵਾਹਵਾ ਹੋਇਆ ਅੱਛਾ ਤੇ ਉਸ ਤੋਂ ਬਾਅਦ ਉਹ ਚੁੱਪ ਕਰਕੇ ਆਦੇ ਪਿੰਡ ਗਿਆ ਚਲਾ। ਅੱਛਾ, ਮਤਲਬ ਉਹਦੇ ਬਾਅਦ ਮੁੜਿਆ ਨਹੀਂ ਵਾਪਸ? ਨਹੀਂ, ਉਹਨੇ ਫੋਨ ਇੱਕ ਵਾਰੀ ਕੀਤਾ ਸੀ ਬਸ ਅੱਛਾ, ਕੀ ਕਹਿੰਦਾ? ਕਿ ਮੈਂ ਆਵਾਂਗਾ, ਠੀਕ ਹੈ, ਬਾਕੀ ਮੈਂ ਨਹੀਂ ਦੁਬਾਰਾ ਉਹਦੇ ਤੇ ਦੁਬਾਰਾ ਕੀਤਾ। ਮਤਲਬ ਤੁਸੀਂ ਉੱਥੇ ਅਲੈਦਗੀ ਇਖਤਿਆਰ ਕਰ ਲਈ? ਹਾਂਜੀ। ਅੱਛਾ, ਤੇ ਉਹਦੇ ਬਾਅਦ ਜਦੋਂ ਮਤਲਬ ਹੁਣ ਕਾਫੀ ਤੁਸੀਂ ਦੱਸਿਆ ਕਿ 2-2.5 ਮਹੀਨੇ ਤੁਹਾਨੂੰ ਛੱਡ ਕੇ ਹੋ ਗਏ, ਤੁਰ ਗਿਆ, ਤੇ ਉਹਦੇ ਤੋਂ ਤੁਸੀਂ ਡਿਵੋਰਸ ਵੀ ਲੈ ਲਈਏ, ਮਾਮਲਾ ਖਤਮ ਹੋ ਗਏ ਨੇ, ਤੇ ਲੇਕਿਨ ਤੁਸੀਂ ਉਸੇ ਮਕਾਨ, ਕਿਰਾਏ ਦੇ ਮਕਾਨ 'ਚ ਰਹਿੰਦੇ ਰਹੇ ਹੋ, ਤੇ ਮਾਲਕ ਮਕਾਨ ਨੇ ਕਿਰਾਇਆ ਨਹੀਂ ਪੁੱਛਿਆ, ਬਿੱਲ ਨਹੀਂ ਪੁੱਛਿਆ, ਕਿਵੇਂ ਖਾਂਦੇ ਪੀਂਦੇ ਰਹੇ ਹੋ? ਹਾਂਜੀ, ਉਹ ਮੰਗਦੇ ਰਹੇ ਰੋਜ਼ ਕਿ ਕਿਰਾਏ ਤੋਂ ਤੰਗ ਕਰਦੇ ਹੁੰਦੇ ਸੀ, ਬਿੱਲ ਤੋਂ, ਤੇ ਮੈਂ ਉਹਨੂੰ ਕਹਿ ਨਹੀਂ ਸਕਿਆ ਆਉਣਗੇ ਤੇ ਤੁਹਾਨੂੰ ਮਿਲ ਜਾਏਗਾ, ਪੈਸੇ ਮਿਲ ਜਾਣਗੇ। ਮਤਲਬ ਤੁਸੀਂ ਮਾਲਕ ਨੂੰ ਨਹੀਂ ਦੱਸਿਆ? ਹਾਂਜੀ, ਨਹੀਂ ਦੱਸਿਆ, ਬਸ ਇੰਝ ਹੀ ਕਰਦੇ, ਕਿਰਾਇਆ ਵਾਹਵਾ ਹੋ ਗਿਆ। ਉਹ ਕਹਿੰਦਾ ਬਾਅਦ ਇਹਨੇ ਤਾਂ ਜਾਂ ਕਿਰਾਏ ਚੀਜ਼ਾਂ ਦੇ ਪੈਸੇ ਕਿਹੜੇ ਦੇਣੇ ਨੇ, ਤੇ ਜਾਂ ਮੇਰੇ ਨਾਲ ਦੋਸਤੀ ਕਰ। ਅੱਛਾ, ਮਤਲਬ ਕੁਝ ਅਰਸਾ ਬਾਅਦ ਜਦੋਂ 2 ਮਹੀਨੇ ਤੋਂ ਜ਼ਿਆਦਾ ਦਾ ਕਿਰਾਇਆ ਹੋ ਗਿਆ ਤੇ ਡਿਮਾਂਡ ਸ਼ੁਰੂ ਕਰਤੀ ਉਹਨੇ? ਹਾਂਜੀ। ਕੀ ਕਹਿੰਦਾ ਸੀ? ਕਹਿੰਦਾ ਸੀ ਮੇਰੇ ਨਾਲ ਦੋਸਤੀ ਕਰ, ਤੇ ਮੈਂ ਉਹਨੂੰ ਸਮਝਾਇਆ ਅੱਗੋਂ ਤੋਂ। ਬਾਕੀ 2-3 ਦਿਨਾਂ ਬਾਅਦ ਮੈਂ ਉੱਥੋਂ ਆਪ ਡਰਦੀ ਨਾ ਸੀ ਆਈ ਸਾਂ। ਅੱਛਾ, ਫਿਰ ਕਿੱਥੇ ਚਲੇ ਗਏ? ਫਿਰ ਮਾਦੀ ਮਾਸੀ ਕੋਲ ਆ ਗਈ ਸਾਂ। ਅੱਛਾ, ਹੁਣ ਇਸ ਟਾਈਮ ਤੁਸੀਂ ਆਪਣੀ ਮਾਸੀ ਕੋਲ ਰਹਿ ਰਹੇ ਹੋ? ਹਾਂਜੀ। ਅੱਛਾ, ਤੇ ਤੁਹਾਡੇ ਕੋਲ ਤੇ ਮਤਲਬ ਕੁਝ ਵੀ ਨਹੀਂ ਹੈ, ਮਤਲਬ 2 ਜਗ੍ਹਾ ਤੋਂ ਤੁਸੀਂ ਡਿਵੋਰਸ ਹੋ ਗਈ ਹੈ, ਤੁਹਾਡੀ ਕੋਈ ਬੱਚੇ ਤੁਹਾਡੇ ਨਹੀਂ ਹੈ, ਤੇ ਤੁਸੀਂ ਅਕੇਲੇ ਹੀ ਜ਼ਾਤ ਹੋ, ਔਰਤ ਜ਼ਾਤ ਹੋ, ਤੇ ਉਮਰ ਵੀ ਤੁਹਾਡੀ ਜ਼ਿਆਦਾ ਨਹੀਂ ਹੈ, ਤੇ ਡਰ ਨਹੀਂ ਲੱਗਦਾ ਜ਼ਿੰਦਗੀ ਦੇ ਬਾਰੇ ਕਿ ਕਿਵੇਂ ਗੁਜ਼ਰੇਗੀ, ਕਿਵੇਂ ਗੁਜ਼ਾਰਾ ਕਰੋਗੇ? ਮਾਸੀ ਕੋਲ ਵੀ ਕਿੰਨੇ ਅਰਸਾ ਰਹੋਗੇ? ਬਸ ਹੁਣ ਉਹਦੇ ਬਾਰੇ ਇਹ ਸੋਚਣੀ ਆ ਕਿ ਕੋਈ ਕੰਮ ਮਿਲ ਜਾਵੇ, ਠੀਕ ਹੈ। ਕਰਜ਼ਾ ਵਗੈਰਾ ਇੰਨਾ ਮੇਰੇ ਤੇ ਚੜਿਆ ਹੈ, ਠੀਕ ਹੈ। ਸਮਾਨ ਵੀ ਮੇਰਾ ਉੱਥੇ ਫਸਿਆ ਹੈ, ਠੀਕ ਹੈ। ਨਾ ਕੋਈ ਕੱਪੜੇ ਮੇਰੇ ਕੋਲ ਹੈ, ਨਾ ਕੋਈ ਮੇਰੇ ਕੋਲ ਪੈਸਾ ਹੈਗਾ ਹੈ, ਠੀਕ ਹੈ। ਤੇ ਬਸ ਇਹੀ ਕਹਿੰਦੇ ਕਿ ਮੈਨੂੰ ਕੋਈ ਨੌਕਰੀ ਦਾ ਹੋਈ ਜਾਵੇ ਤੇ ਚਲੋ। ਮਤਲਬ ਤੁਹਾਡਾ, ਤੁਸੀਂ ਦੱਸਿਆ ਕਿ ਤੁਹਾਡਾ ਸ਼ਨਾਖਤੀ ਕਾਰਡ ਵੀ ਉੱਥੇ ਹੀ ਰਹਿ ਗਿਆ ਕਿਰਾਏ ਦੇ ਮਕਾਨ 'ਚ? ਹਾਂ, ਕੱਪੜੇ ਚੀਜ਼ਾਂ ਵਗੈਰਾ ਸਾਰੀਆਂ, ਮੇਰੇ ਸ਼ਨਾਖਤੀ ਕਾਰਡ ਵੀ, ਚੀਜ਼ਾਂ ਸਾਰੀਆਂ ਉੱਥੇ ਹੀ ਰਹਿ ਗਈਆਂ ਨੇ। ਤੇ ਸ਼ਨਾਖਤੀ ਕਾਰਡ ਤੋਂ ਬਗੈਰ ਤੇ ਤੁਹਾਨੂੰ ਫੈਕਟਰੀ 'ਚ ਜੌਬ ਵੀ ਨਹੀਂ ਮਿਲੀ? ਹਾਂਜੀ, ਇਸੇ ਗੱਲੋਂ ਕਹਿੰਦੀ ਨਾ ਕਿ ਉਹਨਾਂ ਦੇ ਪੈਸੇ ਵਗੈਰਾ ਦੇ ਕੇ ਤੇ ਮੈਂ ਆਦੀਆਂ ਚੀਜ਼ਾਂ ਲੈ ਆਵਾਂ। ਅੱਛਾ, ਤੁਸੀਂ ਜਿਹੜਾ ਉੱਥੇ ਕਿਰਾਇਆ ਵੇ, ਬਿੱਲ ਏ, ਕੁਝ ਤੁਸੀਂ ਕਿ ਖਾਣ ਪੀਣ ਦੇ ਵਿੱਚ ਕੋਈ ਦੁਕਾਨਦਾਰ ਦਾ ਕਰਜ਼ਾ ਹੈ, ਕੁਝ ਭੈਣ ਭਰਾਵਾਂ ਕੋਲ ਤੁਸੀਂ ਉਧਾਰ ਫੜੇ ਗੁਜ਼ਾਰਾ ਕਰਦੇ ਰਹੇ ਹੋ, ਕਿੰਨੀ ਕੁ ਟੋਟਲ ਅਮਾਊਂਟ ਜਿਹੜਾ ਤੁਹਾਡੇ ਤੇ ਕਰਜ਼ਾ ਚੜ ਗਿਆ? ਇਹੀ 60-70 ਹਜ਼ਾਰ ਰੁਪਏ ਹੈਗਾ। ਮਤਲਬ ਇਹ ਟੋਟਲ ਅਮਾਊਂਟ ਜਿਹੜੇ ਤੁਹਾਡੇ ਤੇ ਕਰਜ਼ਾ ਕਰਿਆ, ਤੁਹਾਨੂੰ ਤੁਹਾਡੀ ਹੈਲਪ ਕਰਵਾ ਦਿੱਤੀ ਜਾਏ ਤੇ ਤੁਹਾਨੂੰ ਫਿਰ ਮਤਲਬ ਅੱਗੇ ਜੌਬ ਕਰਕੇ ਗੁਜ਼ਾਰਾ ਕਰ ਲੋਗੇ? ਹਾਂਜੀ, कर लावे। तो जी नाजरीन, 23 साल सबा बहन की सारी कहानी सुन ली है। 2 बार इनके साथ धोखा हुआ है और अभी परेशान है, अकेली हैं, बहन भाई भी साथ नहीं दे रहे। अपनी आंटी के घर गुजारा कर रही हैं, वहाँ भी कितने दिन गुजारा करेंगी। तो ये चाहती हैं कि इनकी इतनी हेल्प कर दी जाए कि जो इन पे कर्ज़ा चढ़ चुका है, एक मालिक को पैसे दे के अपना सामान वहाँ से उठा लें और कहीं किसी नई जगह पे शिफ्ट हो जाएं। और जब तक इनकी नौकरी नहीं मिलती तब तक ये अपना कुछ इतनी हेल्प हो जाए कि ये अपना गुजारा कर सकें और अपनी ज़िंदगी को बसर कर सकें। तो जी नाज़रीन, इसी के साथ अपने मेज़बान को इजाज़त दीजिएगा। मिलेंगे नेक्स्ट वीडियो में। अल्लाह निगहबान।